ਹੈਲੋ ਸਟੂਡੈਂਟਸ, ਵੈਲਕਮ ਬੈਕ ਟੂ ਮਾਈ ਚੈਨਲ। ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਪਲੱਸ 1 ਫਿਜ਼ਿਕਸ ਦੇ ਫਸਟ ਯੂਨਿਟ ਦੇ ਫਸਟ ਚੈਪਟਰ ਨੂੰ ਸਟਾਰਟ ਕਰਾਂਗੇ। ਫਸਟ ਚੈਪਟਰ ਦੇ ਵਿੱਚ ਕੀ ਹੈ, ਇੰਟਰੋਡਕਸ਼ਨ ਹੀ ਹੈ ਆਪਣੀ, ਜੋ ਫਿਜ਼ਿਕਸ ਦੇ ਵਿੱਚ ਆਪਾਂ ਪੜ੍ਹਨਾ ਹੈ ਸਾਰਾ ਪਲੱਸ 1 ਦੇ ਵਿੱਚ ਤੇ ਪਲੱਸ 2 ਦੇ ਵਿੱਚ। ਉਸ ਫਿਜ਼ਿਕਸ ਬਾਰੇ ਇੰਟਰੋਡਕਸ਼ਨ ਦਿੱਤੀ ਗਈ ਹੈ ਫਸਟ ਚੈਪਟਰ ਦੇ ਵਿੱਚ ਕਿ ਕੀ ਆਪਾਂ ਪੜ੍ਹਨਾ, ਵਾਟ ਇਜ਼ ਸਾਇੰਸ, ਸਾਇੰਸ ਕੀ ਹੁੰਦੀ ਹੈ, ਫਿਜ਼ਿਕਸ ਕੀ ਹੁੰਦੀ ਹੈ ਨਾ। ਫਿਜ਼ਿਕਸ ਇਜ਼ ਦਾ ਸਟੱਡੀ ਆਫ ਨੇਚਰ ਐਂਡ ਨੈਚੁਰਲ ਫਿਨੋਮੀਨਾ। ਜੋ ਸਟੱਡੀ ਨੇਚਰ ਦੀ ਕਰਨੀ ਆਪਾਂ ਉਸ ਨੂੰ ਫਿਜ਼ਿਕਸ ਕਹਿੰਦੇ ਹੈਗੇ। ਸਾਰੀ ਜੋ ਆਪਣੇ ਆਲੇ ਦੁਆਲੇ ਹੁੰਦੀ ਹੈ, ਇਲੈਕਟ੍ਰੋਨ, ਪ੍ਰੋਟੋਨ, ਹੈ ਨਾ, ਕਾਰ, ਬਾਡੀ ਜੋ ਬਾਲ ਚੱਲਦੀ ਹੈ, ਧਰਤੀ, ਸੂਰਜ, ਇਹ ਸਾਰਾ ਕੁਝ ਘੁੰਮਦਾ ਹੈਗਾ ਨਾ, ਕਿਵੇਂ ਘੁੰਮਦਾ ਹੈਗਾ, ਇਹਨਾਂ ਚੀਜ਼ਾਂ ਬਾਰੇ ਆਪਾਂ ਨੇਚਰ ਬਾਰੇ ਕੀ ਚੀਜ਼ਾਂ ਨੇ ਤੇ ਇਹਨਾਂ ਪਿੱਛੇ ਕਿਹੜੀ ਫੋਰਸ ਕੰਮ ਕਰਦੀ ਹੈ ਕਹਿ ਲਓ, ਜਾਂ ਕਿਹੜੀ ਥਿਊਰੀ ਕੰਮ ਕਰਦੀ ਹੈ, ਕਿਵੇਂ ਇਹ ਚੱਲਦੀਆਂ ਨੇ ਚੀਜ਼ਾਂ, ਕਿਸ ਤਰ੍ਹਾਂ ਪ੍ਰੋਸੈਸ ਹੁੰਦੇ ਨੇ, ਸਾਰੇ ਇਹਨਾਂ ਚੀਜ਼ਾਂ ਬਾਰੇ ਆਪਾਂ ਪੜ੍ਹਨਾ ਹੈ ਫਸਟ ਯੂਨਿਟ ਦੇ ਵਿੱਚ। ਸਭ ਤੋਂ ਪਹਿਲਾਂ ਆਪਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਫਿਜ਼ਿਕਸ ਦੇ ਵਿੱਚ ਆਪਣੇ ਕੋਲੇ ਜੋ ਚੀਜ਼ਾਂ ਨੇ ਉਹਨਾਂ ਦੀ ਜੋ ਫੋਰਸ ਲੱਗਦੀ ਹੈ, ਆਪਣੇ ਕੋਲ ਫੰਡਾਮੈਂਟਲ 4 ਫੋਰਸ ਨੇ ਆਪਣੇ ਫਿਜ਼ਿਕਸ ਦੇ ਵਿੱਚ। ਉਹ ਚਾਰੇ ਫੰਡਾਮੈਂਟਲ ਫੋਰਸਸ ਬਾਰੇ ਜੋ ਮੁੱਢਲੀਆਂ ਨੇ ਉਹਨਾਂ ਬਾਰੇ ਆਪਾਂ ਨੂੰ ਸਾਰਿਆਂ ਨੂੰ ਪਤਾ ਹੋਣਾ ਚਾਹੀਦਾ ਹੈ। ਤਾਂ ਉਹ ਕਿਹੜੀਆਂ ਫੋਰਸਸ ਨੇ ਆਪਾਂ ਉਸ ਬਾਰੇ ਪੜ੍ਹਦੇ ਹਾਂ। ਤਾਂ ਫੰਡਾਮੈਂਟਲ ਫੋਰਸਸ ਇਨ ਨੇਚਰ, ਜੋ ਆਪਣੇ ਨੇਚਰ ਦੇ ਵਿੱਚ ਧਰਤੀ ਦੇ ਉੱਪਰ ਲਾ ਲਓ ਹੈ ਨਾ, ਸਾਰੇ ਬ੍ਰਹਿਮੰਡ ਦੇ ਵਿੱਚ 4 ਤਰ੍ਹਾਂ ਦੇ ਫੋਰਸਸ ਆਪਾਂ ਨੂੰ ਦੇਖਣ ਨੂੰ ਮਿਲਦੇ ਨੇ ਆਮ ਫੋਰਸਸ ਤਾਂ, ਠੀਕ ਹੈ। ਉਹ ਫੰਡਾਮੈਂਟਲ ਨੇ, ਬੇਸਿਕ ਨੇ। ਬਾਕੀ ਫੋਰਸਸ ਤਾਂ ਬਹੁਤ ਤਰ੍ਹਾਂ ਦੇ ਹੁੰਦੇ ਨੇ, ਜਿਵੇਂ ਆਪਾਂ ਮੰਨ ਲਓ ਕਿਸੇ ਦੇ ਮੁੱਕੀ ਮਾਰੀ, ਉਹ ਵੀ ਇੱਕ ਤਰ੍ਹਾਂ ਦੀ ਫੋਰਸ ਆ ਗਈ। ਆਪਾਂ ਗੇਟ ਖਿੱਚਦੇ ਹਾਂ, ਉਹ ਵੀ ਇੱਕ ਤਰ੍ਹਾਂ ਦੀ ਫੋਰਸ ਹੈ। ਬਟ ਫੰਡਾਮੈਂਟਲ ਫੋਰਸਸ ਦੀ ਗੱਲ ਕਰ ਰਹੇ ਆਪਾਂ, ਜਿਨ੍ਹਾਂ ਤੋਂ ਸਾਰੀਆਂ ਫੋਰਸਸ ਅੱਗੇ ਬਣਦੀਆਂ ਨੇ। ਤਾਂ ਸਭ ਤੋਂ ਪਹਿਲੀ ਜੋ ਫੰਡਾਮੈਂਟਲ ਫੋਰਸ ਹੈ ਜੋ ਆਪਾਂ ਨੂੰ ਦੇਖਣ ਦੇ ਵਿੱਚ ਮਿਲਦੀ ਹੈ, ਹੈਗੀ ਗ੍ਰੈਵਿਟੇਸ਼ਨਲ ਫੋਰਸ। ਜੋ ਗ੍ਰੈਵਿਟੇਸ਼ਨਲ ਫੋਰਸ ਹੈ, ਇਸ ਬਾਰੇ ਆਪਾਂ ਨੂੰ ਪਹਿਲਾਂ ਪੜ੍ਹਿਆ ਹੋਇਆ, ਛੋਟੀਆਂ ਕਲਾਸਾਂ ਦੇ ਵਿੱਚ ਵੀ ਆਪਾਂ ਨੇ ਪੜ੍ਹਿਆ ਹੋਇਆ ਹੈਗਾ। ਜੋ ਗੁਰਤਾਕਰਸ਼ਣ ਕਹਿੰਦੇ ਨੇ ਆਪਾਂ, ਗੁਰਤਾਕਰਸ਼ਣ ਬਲ ਹੈ ਨਾ, ਧਰਤੀ ਖਿੱਚਦੀ ਆ ਚੀਜ਼ਾਂ ਨੂੰ ਆਪਣੇ ਵੱਲ ਨੂੰ। ਕੋਈ ਚੀਜ਼ ਆਪਾਂ ਛੱਡਦੇ ਹਾਂ ਉਹ ਨੀਚੇ ਦੀ ਜਾਂਦੀ ਹੈ, ਕਿਉਂ ਜਾਂਦੀ ਹੈ? ਕਿਉਂਕਿ ਗ੍ਰੈਵਿਟੇਸ਼ਨ ਕਰਕੇ, ਗੁਰਤਾਕਰਸ਼ਣ ਬਲ ਕਰਕੇ। ਇਸੇ ਤਰ੍ਹਾਂ ਜੋ ਧਰਤੀ ਹੈ ਸੂਰਜ ਦੇ ਆਲੇ ਦੁਆਲੇ ਚੱਕਰ ਕੱਟ ਰਹੀ ਆ, ਗ੍ਰੈਵਿਟੇਸ਼ਨਲ ਫੋਰਸ ਕਰਕੇ। ਤਾਂ ਗ੍ਰੈਵਿਟੇਸ਼ਨਲ ਫੋਰਸ ਕੀ ਇੱਕ ਨੈਚੁਰਲ ਫੋਰਸ ਆ ਗਈ, ਫੰਡਾਮੈਂਟਲ ਫੋਰਸ ਆ ਗਈ, ਜਿਹੜੀਆਂ ਕਿ ਬਹੁਤ ਤਕੜੀਆਂ ਵੱਡੀਆਂ ਜੋ ਬੋਡੀਜ਼ ਨੇ, ਹੈਵਨਲੀ ਬੋਡੀਜ਼ ਨੇ, ਜਿਵੇਂ ਧਰਤੀ ਹੋ ਗਈ, ਸੂਰਜ ਹੋ ਗਿਆ, ਚੰਦ ਹੋ ਗਿਆ, ਹੈ ਨਾ, ਗ੍ਰਹਿ ਹੋ ਗਏ ਹੋਰ, ਹੈ ਨਾ, ਇਹਨਾਂ ਦੇ ਵਿੱਚ ਲੱਗਦੀ ਹੈ। ਤਾਂ ਕਿ ਇਹ ਇੱਕ ਅਟਰੈਕਟਿਵ ਫੋਰਸ ਹੈ। ਇਹਦੀਆਂ ਆਪਾਂ ਪ੍ਰੋਪਰਟੀਜ਼ ਪੜ੍ਹਨੇ। ਜੋ ਗ੍ਰੈਵਿਟੇਸ਼ਨਲ ਫੋਰਸ ਆ, ਨੰਬਰ 1 ਅਟਰੈਕਟਿਵ ਫੋਰਸ ਹੈ ਇਹ ਲੌਂਗ ਰੇਂਜ ਫੋਰਸ ਆ ਗਈ। ਲੌਂਗ ਰੇਂਜ ਕਿਵੇਂ? ਇਹਦੀ ਰੇਂਜ ਬਹੁਤ ਜ਼ਿਆਦਾ, ਜਿਵੇਂ ਧਰਤੀ ਤੋਂ ਸੂਰਜ ਕਿੰਨੀ ਜ਼ਿਆਦਾ ਡਿਸਟੈਂਸ ਆ ਨਾ, ਧਰਤੀ ਤੋਂ ਜਿਹੜਾ ਚੰਦਰਮਾ ਉਹ ਕਿੰਨੀ ਜ਼ਿਆਦਾ ਡਿਸਟੈਂਸ ਆ। ਕੁੱਲ ਮਿਲਾ ਕੇ ਜਿਹੜੀ ਫੋਰਸ ਦੀ ਡਿਸਟੈਂਸ ਮਤਲਬ ਮੀਟਰਾਂ ਦੇ ਵਿੱਚ ਹੋਵੇ, ਮੀਟਰਾਂ ਤੋਂ ਜ਼ਿਆਦਾ ਹੋਵੇ ਨਾ, ਉਹਨੂੰ ਆਪਾਂ ਲੌਂਗ ਰੇਂਜ ਫੋਰਸ ਕਹਿੰਦੇ ਹੈਗੇ। ਚਾਹੇ 1 ਮੀਟਰ ਦੂਰੀ ਤੇ ਕੋਈ ਚੀਜ਼ ਇੱਕ ਦੂਜੇ ਨੂੰ ਅਫੈਕਟ ਕਰਦੇ, ਫੋਰਸ ਕਰਦੀ ਹੋਵੇ, ਉਹਨੂੰ ਵੀ ਆਪਾਂ ਲੌਂਗ ਰੇਂਜ ਦੇ ਵਿੱਚ ਮੰਨਦੇ ਹੈਗੇ, ਠੀਕ ਹੈ। 1 ਮੀਟਰ ਤੋਂ ਲੈ ਕੇ ਕਿਲੋਮੀਟਰਾਂ ਦੇ ਵਿੱਚ ਹੋਵੇ, ਉਹ ਦੈਟ ਇਜ਼ ਲੌਂਗ ਰੇਂਜ। ਇਹ ਲੌਂਗ ਰੇਂਜ ਫੋਰਸ ਆ ਗਈ, ਹੈ ਨਾ। ਅਟਰੈਕਟਿਵ ਫੋਰਸ ਆ ਗਈ, ਇਹ ਹੈਵੀ ਬੋਡੀਜ਼ ਦੇ ਵਿੱਚ ਲੱਗਦੀ ਹੈਗੀ, ਹੈ ਨਾ। ਇਹ ਇਟ ਫੋਲੋਜ਼ ਇਨਵਰਸ ਸਕੁਅਰ ਲਾ। ਇਨਵਰਸ ਸਕੁਅਰ ਲਾ ਕਿਵੇਂ? ਦਾ ਫਾਰਮੂਲਾ ਕੀ ਹੈ ਫੋਰਸ ਦਾ ਆਪਣੇ ਕੋਲੇ? F is equal to G m1 m2 by r square। ਇਹ ਇਸ ਫੋਰਸ ਦਾ ਫਾਰਮੂਲਾ ਹੈ, ਠੀਕ ਹੈ। G ਹੈਗਾ ਗ੍ਰੈਵਿਟੇਸ਼ਨਲ ਕਾਂਸਟੈਂਟ, m1 ਪਹਿਲੀ ਬੋਡੀ ਦਾ ਮਾਸ, m2 ਦੂਜੀ ਬੋਡੀ ਦਾ ਮਾਸ, r ਹੈਗਾ ਉਹਨਾਂ ਦੇ ਵਿੱਚ ਡਿਸਟੈਂਸ। ਤਾਂ ਜੋ ਗ੍ਰੈਵਿਟੇਸ਼ਨਲ ਫੋਰਸ ਆ, ਇਹ ਦੋ ਚੀਜ਼ਾਂ ਦੇ ਵਿੱਚ ਲੱਗਦੀ। ਜਿਵੇਂ ਮੰਨ ਲਓ ਆ ਸਨ, ਆ ਅਰਥ ਆ ਮੰਨ ਲਓ, ਠੀਕ ਹੈ। ਇਹਨਾਂ ਦੇ ਵਿੱਚ ਜੋ ਡਿਸਟੈਂਸ ਹੈ ਇਹ r ਆ ਮੰਨ ਲਓ। ਤਾਂ ਇਹਨਾਂ ਦੇ ਵਿੱਚ ਇਹ ਫੋਰਸ ਲੱਗ ਰਹੀ ਹੈ, ਇਹਦਾ ਮਾਸ m1 ਹੈ, ਇਹਦਾ ਮਾਸ m2 ਹੈ। ਤਾਂ ਕਰਕੇ ਨੂੰ ਆਪਾਂ ਕਹਿੰਦੇ ਆ ਇਨਵਰਸ ਸਕੁਅਰ ਲਾ ਨੂੰ ਫੋਲੋ ਕਰਦੇ। ਜਿਹੜੀ ਫੋਰਸ ਆ ਦੈਟ ਇਜ਼ ਡਾਇਰੈਕਟਲੀ ਪ੍ਰੋਪੋਰਸ਼ਨਲ ਟੂ 1 ਅਪੋਨ r ਸਕੁਅਰ, ਜਾਂ ਕਹਿ ਲਓ r ਸਕੁਅਰ ਦੇ ਇਨਵਰਸਲੀ ਪ੍ਰੋਪੋਰਸ਼ਨਲ ਆ, ਉਲਟਾ। r ਵਧੂਗੀ ਤਾਂ ਫੋਰਸ ਦੀ ਵੈਲਿਊ ਘਟੂਗੀ, ਜਿੰਨੀ ਜ਼ਿਆਦਾ ਦੂਰ ਚੀਜ਼ ਹੋਊਗੀ ਉਹਦੇ ਤੇ ਘੱਟ ਫੋਰਸ ਲੱਗੂਗੀ, ਠੀਕ ਹੈ। ਤਾਂ ਇਹਨੂੰ ਕਹਿੰਦੇ ਇਨਵਰਸ ਸਕੁਅਰ ਲਾ ਫੋਲੋ ਕਰਦੀ ਹੈ ਇਹ ਅਟਰੈਕਟਿਵ ਆ। ਜਿਵੇਂ ਧਰਤੀ ਆਪਦੇ ਵੱਲ ਚੀਜ਼ਾਂ ਨੂੰ ਖਿੱਚਦੀ, ਉਵੇਂ ਸੂਰਜ ਆਪਦੇ ਵੱਲ ਚੀਜ਼ਾਂ ਨੂੰ ਖਿੱਚਦਾ, ਹਰ ਇੱਕ ਗ੍ਰਹਿ ਆਪਦੇ ਵੱਲ ਨੂੰ ਖਿੱਚਦਾ। ਅਟਰੈਕਟਿਵ ਫੋਰਸ ਆ ਇਹ, ਅਟਰੈਕਟਿਵ, ਠੀਕ ਹੈ। ਤੇ ਥਰਡ ਪੁਆਇੰਟ ਆ ਗਿਆ ਇਹਦੇ ਵਿੱਚ ਲੌਂਗ ਰੇਂਜ ਫੋਰਸ ਆ, ਕਾਫੀ ਜ਼ਿਆਦਾ ਡਿਸਟੈਂਸ ਦੇ ਵਿੱਚ ਕੰਮ ਕਰਦੀ ਆ। ਅਗਲਾ ਹੈ ਸੈਂਟਰਲ ਫੋਰਸ ਹੈ। ਇਹ ਸੈਂਟਰਲ ਫੋਰਸ ਦਾ ਮਤਲਬ ਕੀ ਹੈ ਵੀ ਜਿਹੜੀਆਂ ਦੋ ਬੋਡੀਜ਼ ਨੇ ਉਹਨਾਂ ਦੇ ਸੈਂਟਰ ਤੋਂ ਸੈਂਟਰ ਤੇ ਆ ਰਹੇ ਆ। ਐ ਨਹੀਂ ਹੈਗਾ ਵੀ ਜਿਹੜੀ
ਫੋਰਸ ਆ ਜੀ ਉਹ ਹਨਾ, ਉਹਦਾ ਲਾਈਨ ਆਫ ਐਕਸ਼ਨ ਸੈਂਟਰ ਟੂ ਸੈਂਟਰ ਆ, ਐ ਨਹੀਂ ਹੈਗਾ ਵੀ ਇੱਧਰ ਨੂੰ ਲੱਗ ਰਹੀ ਹੈਗੀ ਐ ਘੁੰਮ ਕੇ ਲੱਗੇ ਫੋਰਸ ਇਹਦੇ ਤੇ, ਇਹ ਸੈਂਟਰ ਟੂ ਸੈਂਟਰ ਲੱਗੂਗਾ। ਠੀਕ ਹੈ, ਤਾਂ ਇਹਦੇ 4-5 ਪੁਆਇੰਟਸ ਮੇਨ ਇਹੀ ਨੇਗੇ। ਠੀਕ ਹੈ, ਇਹ ਆਪਣੇ ਕੋਲ ਆ ਗਈ ਪਹਿਲੀ ਜਿਹੜੀ ਫੰਡਾਮੈਂਟਲ ਫੋਰਸ ਆ ਗ੍ਰੈਵਿਟੇਸ਼ਨਲ ਫੋਰਸ। ਹੁਣ ਆਪਾਂ ਪੜ੍ਹਦੇ ਹਾਂ ਸੈਕਿੰਡ ਜੋ ਆਪਣੇ ਕੋਲ ਫੰਡਾਮੈਂਟਲ ਫੋਰਸ ਹੈ ਉਹ ਹੈਗੀ ਵੀਕ ਨਿਊਕਲੀਅਰ ਫੋਰਸ। ਵੀਕ ਨਿਊਕਲੀਅਰ ਫੋਰਸ ਜੋ ਹੈਗੀ ਆਪਣੇ ਕੋਲੇ ਉਹ ਦੂਜੇ ਨੰਬਰ ਤੇ ਆਉਂਦੀ ਹੈਗੀ। ਠੀਕ ਹੈ, ਦੂਜੇ ਨੰਬਰ ਤੇ ਕਿਸ ਤਰ੍ਹਾਂ ਆਉਂਦੀ ਹੈਗੀ ਇਹ ਗ੍ਰੈਵਿਟੇਸ਼ਨਲ ਫੋਰਸ ਜਿਹੜੀ ਵੀਕ ਫੋਰਸ ਹੈ ਇੱਕ ਤਰ੍ਹਾਂ ਦੀ, ਬਹੁਤ ਮਤਲਬ ਕਿ ਬਹੁਤ ਜ਼ਿਆਦਾ ਇਹਦਾ ਮੈਗਨੀਟਿਊਡ ਨਹੀਂ ਹੈਗਾ ਗ੍ਰੈਵਿਟੇਸ਼ਨਲ ਫੋਰਸ ਦਾ, ਬਟ ਇਹਦੇ ਨਾਲ ਤਕੜੀ ਫੋਰਸ ਹੈਗੀ ਵੀਕ ਨਿਊਕਲੀਅਰ ਫੋਰਸ। ਇਹ ਨਿਊਕਲੀਅਸ ਦੇ ਵਿੱਚ ਜਦੋਂ ਆਪਣੇ ਕੋਲੇ ਡੀਕੇ ਹੁੰਦਾ ਗਾ ਨਾ, ਰੇਡੀਏਟਿਵ ਡੀਕੇ ਹੁੰਦਾ, ਉਹਦੇ ਵਿੱਚੋਂ ਪਾਰਟੀਕਲਸ ਨਿਕਲਦੇ ਨੇ, ਉਹਨਾਂ ਦੇ ਵਿੱਚ ਜਿਹੜੀ ਫੋਰਸ ਲੱਗਦੀ ਆ ਉਹਨੂੰ ਆਪਾਂ ਵੀਕ ਨਿਊਕਲੀਅਰ ਫੋਰਸ ਕਹਿ ਰਹੇ ਹੈਗੇ। ਠੀਕ, ਇਹਦਾ ਜਿਹੜਾ ਮੈਗਨੀਟਿਊਡ ਹੈ ਇਹਦੇ ਨਾਲੋਂ ਤਕੜੀ ਹੈ ਇਹ। ਜਿਵੇਂ ਗ੍ਰੈਵਿਟੇਸ਼ਨਲ ਫੋਰਸ ਨਾਲੋਂ ਗੱਲ ਕਰੀਏ ਆਪਾਂ ਇਹਦੀ, ਤਾਂ ਗ੍ਰੈਵਿਟੇਸ਼ਨਲ ਫੋਰਸ ਨਾਲੋਂ ਇਹ ਲਗਭਗ 10⁻22 ਤੋਂ ਲੈ ਕੇ 10⁻25 ਟਾਈਮਸ ਸਟਰੋਂਗਰ। ਠੀਕ ਹੈ, ਇਹਦੇ ਨਾਲੋਂ ਇੰਨੀ ਤਕੜੀ ਆ, ਇੰਨੀ ਗੁਣਾ ਜ਼ਿਆਦਾ ਤਕੜੀ ਫੋਰਸ ਆ। ਇਸ ਤੋਂ ਬਾਅਦ ਜੋ ਆਪਣੇ ਕੋਲੇ ਤੀਜੀ ਤਰ੍ਹਾਂ ਦੀ ਫੋਰਸ ਆਉਂਦੀ ਆ, ਥਰਡ ਫੋਰਸ ਜੋ ਆਪਾਂ ਪੜਾਂਗੇ ਉਹ ਹੈ ਆਪਣੇ ਕੋਲੇ ਇਲੈਕਟ੍ਰੋਮੈਗਨੈਟਿਕ ਫੋਰਸ। ਉਹ ਕਿਹੜੀ ਫੋਰਸ ਆ? ਇਲੈਕਟ੍ਰੋਮੈਗਨੈਟਿਕ ਫੋਰਸ। ਇਲੈਕਟ੍ਰੋਮੈਗਨੈਟਿਕ ਫੋਰਸ ਜੋ ਹੈ ਦੋ ਤਰ੍ਹਾਂ ਦੀ ਫੋਰਸ ਨੂੰ ਆਪਾਂ ਇਲੈਕਟ੍ਰੋਮੈਗਨੈਟਿਕ ਫੋਰਸ ਕਹਿੰਦੇ, ਚਾਹੇ ਤਾਂ ਇਲੈਕਟ੍ਰੋਨਸ ਦੇ ਵਿੱਚ ਮਤਲਬ ਇਲੈਕਟ੍ਰੋ ਚਾਰजेस ਤੋਂ ਹੋਵੇ, ਚਾਹੇ ਮੈਗਨੈਟਿਕ ਯਾਨੀ ਕਿ ਮੈਗਨੇਟਸ ਦੇ ਵਿੱਚ ਹੋਵੇ। ਚਾਰजेस ਦੇ ਵਿੱਚ ਵੀ ਫੋਰਸ ਲੱਗਦੀ ਆਪਸ ਦੇ ਵਿੱਚ, ਦੋ ਜਿਹੜੇ ਆਪੋਜ਼ਿਟ ਚਾਰजेस ਨੇ ਜਿਵੇਂ ਇੱਕ ਪੋਜ਼ਿਟਿਵ ਹੋਵੇ ਇੱਕ ਨੈਗੇਟਿਵ ਹੋਵੇ, ਇੱਕ ਦੂਜੇ ਨੂੰ ਅਟਰੈਕਟ ਕਰਦੇ ਨੇ। ਇਸੇ ਤਰ੍ਹਾਂ ਜਿਵੇਂ ਆਪੋਜ਼ਿਟ ਪੋਲਸ ਹੋਣ, ਜਿਵੇਂ ਦੋ ਆਪਣੇ ਕੋਲੇ ਮੈਗਨੇਟਸ ਨੇ, ਇੱਕ ਦਾ ਨਾਰਥ ਪੋਲ ਹੋਵੇ ਦੂਜੇ ਦਾ ਸਾਊਥ ਪੋਲ ਹੋਵੇ, ਉਹ ਇੱਕ ਦੂਜੇ ਨੂੰ ਕੀ ਕਰਦੇ ਨੇ? ਅਟਰੈਕਟ ਕਰਦੇ ਨੇ। ਇਸੇ ਤਰ੍ਹਾਂ ਜਿਹੜੇ ਸੇਮ ਉਹਨਾਂ ਦੇ ਪੋਲਸ ਨੇ ਜਾਂ ਸੇਮ ਚਾਰਜ ਨੇ ਉਹ ਇੱਕ ਦੂਜੇ ਨੂੰ ਰਿਪੈਲ ਕਰਦੇ ਨੇ। ਤਾਂ ਜੋ ਇਲੈਕਟ੍ਰੋਮੈਗਨੈਟਿਕ ਫੋਰਸ ਹੈ ਇਸ ਦਾ ਜੋ ਫਾਰਮੂਲਾ ਹੈ ਉਹ ਆਪਾਂ ਲਿਖੀਏ ਤਾਂ ਉਹ ਇਸ ਤਰ੍ਹਾਂ ਹੁੰਦਾ ਹੈ F = 1/4πε0 Q1 Q2/r²। ਜਿਹਦਾ ਚਾਰਜ Q1 Q2 ਨੇ ਤਾਂ ਚਾਰਜ ਕਹਿ ਲਾਂਗੇ, ਜੇ ਆਪਣੇ ਕੋਲ ਪੋਲਸ ਨੇ ਤਾਂ ਆਪਾਂ ਪੋਲ 1 ਤੇ ਪੋਲ 2 ਨੂੰ ਕਹਿ ਲਾਂਗੇ। ਠੀਕ ਹੈ, ਇਲੈਕਟ੍ਰੋਮੈਗਨੈਟਿਕ ਫੋਰਸ ਦਾ ਕਾਮਨ ਫਾਰਮੂਲਾ ਇਹੀ ਆ। ਤਾਂ ਇਹ ਵੀ ਕੀ ਆਪਣੇ ਕੋਲੇ ਫੋਰਸ ਹੈ ਜਿਹੜੀ ਪਹਿਲੀ ਗੱਲ ਤਾਂ ਹੈਗੀ ਆ ਇਨਵਰਸ ਸਕੁਅਰ ਲਾ ਨੂੰ ਫੋਲੋ ਕਰਦੀ ਹੈ ਵੀ r² ਦੇ ਇਨਵਰਸਲੀ ਪ੍ਰੋਪੋਰਸ਼ਨਲ ਹੈ। ਦੂਜੀ ਚੀਜ਼ ਹੈ ਇਹ ਵੀ ਜਿਹੜੇ ਦੋ ਚਾਰਜ ਨੇ ਉਹਨਾਂ ਦੇ ਸੈਂਟਰ ਟੂ ਸੈਂਟਰ ਲੱਗਦੇ ਆ, ਇਹ ਵੀ ਸੈਂਟਰਲ ਫੋਰਸ ਆ, ਸੈਂਟਰਲ ਫੋਰਸ ਆ ਇਹ। ਤੀਜਾ ਪੁਆਇੰਟ ਹੈਗਾ ਇਹ ਵੀ ਲੌਂਗ ਰੇਂਜ ਫੋਰਸ ਆ। ਲੌਂਗ ਰੇਂਜ ਕਿਉਂ ਆ? ਕਿਉਂਕਿ ਜਿਹੜੇ ਚਾਰजेस ਨੇ ਹਨਾ, ਜੇ ਆਪਾਂ ਚਾਰਜ ਨੂੰ ਇੱਕ ਅੱਧਾ ਮੀਟਰ ਵੀ ਦੂਰ ਰੱਖਦੀ ਹੈ ਨਾ, ਜਾਂ ਮੈਗਨੇਟਸ ਨੂੰ ਇੱਕ ਅੱਧਾ ਮੀਟਰ ਦੂਰ ਰੱਖਦੀ ਵੱਡੀਆਂ ਮੈਗਨੇਟਸ ਨੂੰ, ਤਾਂ ਉਹ ਇੱਕ ਦੂਜੇ ਤੇ ਜੋ ਫੋਰਸ ਲਗਾਉਂਦੀਆਂ ਨੇ, ਤਾਂ ਇਹ ਮੀਨਸ ਕਿ ਉਹ ਲੌਂਗ ਰੇਂਜ ਤੇ ਵੀ ਕੰਮ ਕਰਦੀਆਂ ਨੇ। ਠੀਕ, ਲੌਂਗ ਰੇਂਜ ਹੋ ਗਈ ਇਹ। ਅਗਲਾ ਪੁਆਇੰਟ ਕੀ ਹੈਗਾ? ਇਹ ਅਟਰੈਕਟਿਵ ਵੀ ਹੋ ਸਕਦਾ, ਰਿਪਲਸਿਵ ਵੀ ਹੋ ਸਕਦੀ ਹੈ। ਅਟਰੈਕਟਿਵ ਔਰ ਰਿਪਲਸਿਵ। ਅਟਰੈਕਟਿਵ ਮਤਲਬ ਖਿੱਚਣਾ ਇੱਕ ਦੂਜੇ ਨੂੰ, ਰਿਪਲਸਿਵ ਮਤਲਬ ਪਰਾਂ ਧੱਕਣਾ। ਠੀਕ ਹੈ, ਤਾਂ ਇਹ ਦੋਨੇ ਤਰ੍ਹਾਂ ਦੀ ਹੋ ਸਕਦੀ ਹੈ। ਉਹ ਡਿਪੈਂਡ ਕਰਦਾ ਕਿ ਚਾਰजेस ਦਾ ਜਾਂ ਮੈਗਨੇਟਸ ਦਾ ਨੇਚਰ ਕੀ ਹੈ, ਉਹਦੇ ਮੈਗਨੈਟਿਕ ਪੋਲਸ ਕਿਹੜੇ ਨੇ। ਜਿਹੜਾ ਨਾਰਥ ਪੋਲ ਆ ਉਹ ਨਾਰਥ ਪੋਲ ਨੂੰ ਰਿਪੈਲ ਕਰੂਗਾ, ਸਾਊਥ ਪੋਲ ਨੂੰ ਕੀ ਕਰੂਗਾ? ਰਿਪੈਲ ਕਰੂਗਾ। ਬਟ ਨਾਰਥ ਪੋਲ ਐਂਡ ਸਾਊਥ ਪੋਲ ਇੱਕ ਦੂਜੇ ਨੂੰ ਕੀ ਕਰਨਗੇ? ਅਟਰੈਕਟ ਕਰਨਗੇ ਜੇ ਕਿਸੇ ਮੈਗਨੇਟ ਦੇ। ਇਸੇ ਤਰ੍ਹਾਂ ਪਲੱਸ Q ਚਾਰਜ ਜਿਹੜਾ ਮਾਈਨਸ Q ਚਾਰਜ ਨੂੰ ਕੀ ਕਰੂਗਾ? ਅਟਰੈਕਟ ਕਰੂਗਾ। ਬਾਕੀ ਜਿਹੜੇ ਸੇਮ ਚਾਰਜ ਨੇ ਉਹ ਇੱਕ ਦੂਜੇ ਨੂੰ ਰਿਪੈਲ ਕਰਨਗੇ। ਇਹ ਆਪਣੇ ਕੋਲ ਆ ਗਈ ਤੀਜੀ ਤਰ੍ਹਾਂ ਦੀ ਫੋਰਸ, ਇਲੈਕਟ੍ਰੋਮੈਗਨੈਟਿਕ ਫੋਰਸ। ਜੇ ਆਪਾਂ ਇਹਦੀ ਗੱਲ ਕਰੀਏ ਵੀ ਕਿੰਨੀ ਕੁ ਤਕੜੀ ਫੋਰਸ ਆ, ਤਾਂ ਗ੍ਰੈਵਿਟੇਸ਼ਨਲ ਫੋਰਸ ਦੇ ਮੁਕਾਬਲੇ ਇਹ ਉਹਦੇ ਨਾਲੋਂ 10⁻36 ਗੁਣਾ ਸਟਰੋਂਗਰ ਆ, stronger than gravitational force। ਤਾਂ ਗ੍ਰੈਵਿਟੇਸ਼ਨਲ ਫੋਰਸ ਨਾਲੋਂ ਕਾਫੀ ਜ਼ਿਆਦਾ ਤਕੜੀ ਫੋਰਸ ਹੈ ਇਹ। ਇਹਦਾ ਮੈਗਨੀਟਿਊਡ ਕਾਫੀ ਜ਼ਿਆਦਾ ਹੈਗਾ, ਮਤਲਬ ਕਿ ਛੋਟੇ ਛੋਟੇ ਚਾਰजेस ਦੇ ਵਿੱਚ ਵੀ ਕਾਫੀ ਜ਼ਿਆਦਾ ਫੋਰਸ ਹੁੰਦੀ ਆ। ਠੀਕ ਹੈ, ਜਿਹੜੀ ਜਦ ਕਿ ਗ੍ਰੈਵਿਟੇਸ਼ਨਲ ਫੋਰਸ ਆ ਬੜੀ ਬੜੀਆਂ ਧਰਤੀਆਂ ਨੇ, ਜਿਹੜੇ ਬੜੇ ਬੜੇ ਪਲੈਨਟਸ ਨੇ ਉਹਨਾਂ ਦੇ ਵਿੱਚ ਫੋਰਸ ਹੁੰਦੀ ਹੈਗੀ ਨਾ। ਜੇ ਆਪਾਂ ਗੱਲ ਕਰੀਏ ਵੀ ਆਪਾਂ ਦੋ ਰੋੜੇ ਲੈ ਲਏ ਛੋਟੇ ਜਿਹੇ ਨਾ, ਬੱਟੇ ਲੈ ਲਏ, ਉਹਨਾਂ ਦੇ ਵਿੱਚ ਕੋਈ ਫੋਰਸ ਨਹੀਂ ਹੁੰਦੀ। ਕਿਉਂ ਨਹੀਂ ਹੁੰਦੀ? ਕਿਉਂਕਿ
ਹੈ ਹੀ ਨਾ, ਦੇਖੋ ਵੀ ਦੋ ਬੋਡੀਜ਼ ਨੇ, ਮਾਸ ਨੇ ਉਹਨਾਂ ਦਾ ਵੀ m1 m2, ਬਟ ਉਹਨਾਂ ਦੇ ਵਿੱਚ ਨਹੀਂ ਫੋਰਸ ਲੱਗਦੀ ਕਿਉਂਕਿ ਉਹ ਵੀਕ ਫੋਰਸ ਆ। ਗ੍ਰੈਵਿਟੇਸ਼ਨਲ ਫੋਰਸ ਬੜੀ ਤਗੜੀ ਫੋਰਸ ਹੈਗੀ। ਬਟ ਜਦੋਂ ਆਪਾਂ ਦੋ ਚਾਰਜ ਲੈ ਲੈਂਦੇ, ਜਿਵੇਂ ਦੋ, ਇੱਕ ਇਲੈਕਟ੍ਰੋਨ ਤੇ ਇੱਕ ਪ੍ਰੋਟੋਨ ਲੈ ਲਿਆ, ਉਹਨਾਂ ਦੇ ਵਿੱਚ ਵੀ ਕਾਫੀ ਜ਼ਿਆਦਾ ਤਕੜੀ ਇਲੈਕਟ੍ਰੋਮੈਗਨੈਟਿਕ ਫੋਰਸ ਹੁੰਦੀ ਹੈ, ਤਾਂ ਕਰਕੇ ਇਹ ਉਹਦੇ ਨਾਲੋਂ 10 ਦੀ ਪਾਵਰ 36 ਗੁਣਾ ਜ਼ਿਆਦਾ ਸਟਰੋਂਗ ਹੈ। ਹੁਣ ਆਪਾਂ ਗੱਲ ਕਰਦੇ ਹਾਂ ਕਿ ਚੌਥੀ ਤਰ੍ਹਾਂ ਦੀ ਫੋਰਸ ਜੋ ਆਪਣੇ ਕੋਲ ਹੈ, ਉਹ ਹੈਗੀ ਕਿ ਸਟਰੋਂਗ ਨਿਊਕਲੀਅਰ ਫੋਰਸ। ਸਟਰੋਂਗ ਨਿਊਕਲੀਅਰ ਫੋਰਸ ਕਿਹੜੀ ਆ? ਇਹ ਪਹਿਲਾਂ ਵੀਕ ਨਿਊਕਲੀਅਰ ਫੋਰਸ ਪੜ੍ਹੀ ਸੀ ਆਪਾਂ, ਹੁਣ ਹੈਗੀ ਸਟਰੋਂਗ ਨਿਊਕਲੀਅਰ ਫੋਰਸ। ਨਿਊਕਲੀਅਰ ਫੋਰਸ ਜਿਹੜੀ ਨਿਊਕਲੀਅਸ ਦੇ ਵਿੱਚ ਲੱਗਦੀ ਆ। ਨਿਊਕਲੀਅਸ ਦੇ ਵਿੱਚ ਆਪਣੇ ਕੋਲ ਪ੍ਰੋਟੋਨਸ ਹੁੰਦੇ ਨੇ, ਨਿਊਟਰੋਨਸ ਹੁੰਦੇ ਨੇਗੇ। ਤਾਂ ਪ੍ਰੋਟੋਨ ਨਿਊਟਰੋਨ ਜਾਂ ਪ੍ਰੋਟੋਨ ਨਿਊਟਰੋਨ, ਇਹਨਾਂ ਦੇ ਵਿੱਚ ਆਪਸ ਦੇ ਵਿੱਚ ਇੱਕ ਫੋਰਸ ਲੱਗਦੀ ਹੈਗੀ ਜਿਹੜੀ ਕਿ ਨਿਊਕਲੀਅਸ ਨੂੰ ਬਾਈਂਡ ਕਰਕੇ ਰੱਖਦੇ, ਇਕੱਠੇ ਕਰਕੇ ਰੱਖਦੇ, ਉਹਨੂੰ ਟੁੱਟਣ ਨਹੀਂ ਦਿੰਦੀ। ਠੀਕ ਹੈ, ਤੇ ਇਹ ਫੋਰਸ ਜਿਹੜੀ ਸਭ ਤੋਂ ਜ਼ਿਆਦਾ, ਸਭ ਤੋਂ ਤਕੜੀ ਸਟਰੋਂਗੈਸਟ ਫੋਰਸ ਆ ਗਈ ਨਿਊਕਲੀਅਰ ਫੋਰਸ। ਇਹ ਸਭ ਤੋਂ ਸਟਰੋਂਗੈਸਟ ਫੋਰਸ ਹੈ ਅਮੰਗ ਦਾ ਫੋਰ ਫੋਰਸ, ਜਿਹੜੇ ਚਾਰ ਆਪਾਂ ਪੜ੍ਹ ਰਹੇ ਹੈਗੇ ਉਹਨਾਂ ਚੋਂ ਸਾਰਿਆਂ ਤੋਂ ਤਕੜੀ ਇਹ ਆ ਸਟਰੋਂਗ ਨਿਊਕਲੀਅਰ ਫੋਰਸ। ਇਹ ਸਭ ਤੋਂ ਤਕੜੀ ਆ। ਇਹਦਾ ਜਿਹੜੀ ਪਾਵਰ ਆ ਉਹ ਹੈਗੀ 10 ਦੀ ਪਾਵਰ 38 ਜਾਂ ਕਈ ਵਾਰ 10 ਦੀ ਪਾਵਰ 39, 39 ਟਾਈਮਸ ਸਟਰੋਂਗਰ ਹੈ ਇਹ ਗ੍ਰੈਵਿਟੇਸ਼ਨਲ ਫੋਰਸ ਨਾਲੋਂ। ਇਹਦੇ ਵਿੱਚ ਕੀ ਹੈਗਾ, ਇਹ ਜਿਹੜੀ ਫੋਰਸ ਆ ਇਹ ਨੌਨ ਸੈਂਟਰ ਆ। ਇਹਦੇ ਵਿੱਚ ਮੇਨ ਗੱਲ ਧਿਆਨ ਰੱਖਣ ਵਾਲੀ ਨੌਨ ਸੈਂਟਰ ਆ। ਇਹਦੇ ਵਿੱਚ ਐ ਨਹੀਂ ਹੈਗਾ ਸੈਂਟਰ ਟੂ ਸੈਂਟਰ ਫੋਰਸ ਆ ਗਈ। ਠੀਕ ਆ, ਦੂਜੀ ਗੱਲ ਆਪਣੇ ਕੋਲ ਹੈਗੀ ਦੇਖਣ ਵਾਲੀ ਵੀ ਕੀ ਹੈ, ਇਹ ਵੀ ਅਟਰੈਕਟਿਵ ਫੋਰਸ ਆ। ਇਹਦੀ ਰੇਂਜ ਜਿਹੜੀ ਹੈ ਸ਼ਾਰਟ ਰੇਂਜ ਫੋਰਸ ਆ। ਜਿਹੜੀ ਕਿ ਆਪਾਂ ਦੂਜੇ ਨੰਬਰ ਤੇ ਪੜ੍ਹੀ ਸੀਗੀ ਵੀਕ ਨਿਊਕਲੀਅਰ ਫੋਰਸ, ਉਹ ਵੀ ਸ਼ਾਰਟ ਰੇਂਜ ਫੋਰਸ ਆ। ਠੀਕ ਹੈ, ਇਹਦੀ ਰੇਂਜ ਹੈਗੀ 10 ਦੀ ਪਾਵਰ -15 ਮੀਟਰ, ਯਾਨੀ ਕਿ ਇਹ ਨਿਊਕਲੀਅਸ ਦੇ ਵਿੱਚ ਹੀ ਕੰਮ ਕਰਦੀ ਹੈ, ਨਿਊਕਲੀਅਸ ਦੇ ਬਾਹਰ ਨਹੀਂ ਕੰਮ ਕਰਦੀ ਬਿਲਕੁਲ ਵੀ। ਇਹ ਜੀ ਆਪਣੇ ਕੋਲੇ ਚੌਥੀ ਤਰ੍ਹਾਂ ਦੀ ਸਟਰੋਂਗ ਨਿਊਕਲੀਅਰ ਫੋਰਸ। ਤਾਂ ਇਹ ਆਪਣੇ ਕੋਲੇ ਸੀ ਚਾਰ ਤਰ੍ਹਾਂ ਦੀਆਂ ਫੰਡਾਮੈਂਟਲ ਫੋਰਸਸ ਇਨ ਨੇਚਰ, ਜਿਹੜੀਆਂ ਪੂਰੀ ਦੁਨੀਆ ਨੂੰ, ਪੂਰੇ ਬ੍ਰਹਿਮੰਡ ਨੂੰ ਚਲਾ ਰਹੀਆਂ ਨੇ। ਇਹਨਾਂ ਦੇ ਵਿੱਚ ਹੀ ਸਾਰਾ ਕੁਝ ਹੋ ਰਿਹਾ ਹੈਗਾ। ਠੀਕ ਹੈ, ਬਾਕੀ ਦੀਆਂ ਜਿਹੜੀਆਂ ਫੋਰਸਸ ਨੇ ਉਹ ਸਾਰੇ ਇਹਨਾਂ ਦੇ ਵਿੱਚ ਹੀ ਆਉਂਦੀਆਂ ਨੇ। ਇੱਕ ਤਰ੍ਹਾਂ ਦੇ ਆਪਾਂ ਕਹੀਏ ਇਹ ਫੰਡਾਮੈਂਟਲ ਨੇ, ਕੁਦਰਤੀ ਨੇ ਕਹਿ ਲਓ। ਠੀਕ, ਬਾਕੀ ਤਾਂ ਜਿਵੇਂ ਆਪਾਂ ਨੇ ਫੋਰਸ ਲਾਈ, ਉਹ ਆਪਾਂ ਨੇ ਪ੍ਰੋਡਿਊਸ ਕੀਤੀ ਹੈ ਫੋਰਸ, ਉਹ ਅਦਰ ਟਾਈਪ ਆ ਗਈ ਫੋਰਸ ਦੀ। ਤੇ ਹੁਣ ਆਪਾਂ ਇਸ ਤੋਂ ਬਾਅਦ ਪੜਾਂਗੇ ਕੰਜ਼ਰਵੇਸ਼ਨ ਲਾਜ਼। ਠੀਕ ਹੈ, ਉਹ ਆਪਾਂ ਪੜ੍ਹਦੇ ਹਾਂ। ਕੰਜ਼ਰਵੇਸ਼ਨ ਲਾਜ਼ ਕੀ ਹੁੰਦੇ ਨੇਗੇ? ਉਹ ਲਾਜ਼ ਕੁਝ ਲਾ ਮਾਨੇ ਫਾਰਮੂਲਾ ਹੁੰਦਾ ਨਾ, ਕੋਈ ਇੱਕ ਤਰ੍ਹਾਂ ਦਾ ਆਪਣੇ ਕੋਲ ਰੂਲ ਹੁੰਦਾ ਲਾ ਮਾਨੇ, ਜਿਵੇਂ ਆਪਾਂ ਪੰਜਾਬੀ ਦੇ ਵਿੱਚ ਇਹਨੂੰ ਕਹਿ ਦਿੰਦੇ ਹੈਗੇ ਸਿਧਾਂਤ। ਠੀਕ ਹੈ, ਉਹ ਹੁੰਦਾ। ਕੰਜ਼ਰਵੇਸ਼ਨ ਲਾਜ਼ ਹੁੰਦੇ ਨੇਗੇ ਕੁਝ ਲਾਜ਼ ਇਸ ਤਰ੍ਹਾਂ ਦੇ ਹੁੰਦੇ ਨੇ, ਕੁਝ ਸਿਧਾਂਤ ਇਹ ਜਿਹੇ ਹੁੰਦੇ ਨੇ ਜਿਹੜੇ ਚੇਂਜ ਨਹੀਂ ਹੁੰਦੇ। ਜਿਹੜੀ ਚੀਜ਼ ਚੇਂਜ ਨਾ ਹੋਵੇ ਉਹਨੂੰ ਆਪਾਂ ਕਹਿੰਦੇ ਆ ਕਿ ਉਹ ਚੀਜ਼ ਕੰਜ਼ਰਵ ਆ, ਕੰਜ਼ਰਵੇਟਿਵ ਆ। ਠੀਕ ਆ, ਤਾਂ ਕੰਜ਼ਰਵੇਸ਼ਨ ਲਾਜ਼ ਕਿਹੜੇ ਨੇ? ਜਿਹੜੇ ਚੇਂਜ ਨਾ ਹੋਣ, ਉਸ ਤਰ੍ਹਾਂ ਦੇ ਲਾਜ਼ ਨੂੰ ਆਪਾਂ ਕਹਿੰਦੇ ਆ ਕੰਜ਼ਰਵੇਸ਼ਨ ਲਾਜ਼। ਜਿਵੇਂ ਕੁਝ ਚੀਜ਼ਾਂ ਨੇ ਜਿਹੜੀਆਂ ਚੇਂਜ ਨਹੀਂ ਹੁੰਦੀਆਂ, ਜਿਵੇਂ ਪਹਿਲਾ ਲਾਅ ਆਪਾਂ ਪੜ੍ਹਦੇ ਹਾਂਗੇ, ਫਸਟ ਲਾਅ ਆਪਣੇ ਕੋਲ ਹੈਗਾ ਕੰਜ਼ਰਵੇਸ਼ਨ ਆਫ ਇਲੈਕਟ੍ਰਿਕ ਚਾਰਜ। ਜਿਹੜੇ ਇਲੈਕਟ੍ਰਿਕ ਚਾਰजेस ਨੇਗੇ, ਠੀਕ ਆ, ਇਲੈਕਟ੍ਰੋਨਸ ਨੇ ਚਾਹੇ ਪ੍ਰੋਟੋਨ ਨੇ ਜਾਂ ਹੋਰ ਚਾਰਜ ਨੇਗੇ, ਪੋਜ਼ਿਟਿਵ ਨੈਗੇਟਿਵ ਚਾਰਜ ਜੋ ਵੀ ਨੇ, ਉਹ ਜਿਹੜੇ ਉਹ ਕੰਜ਼ਰਵ ਰਹਿੰਦੇ ਨੇ। ਕੰਜ਼ਰਵ ਰਹਿਣ ਦਾ ਕੀ ਮਤਲਬ ਹੈ? ਮੰਨ ਲਓ ਇਸ ਕੈਪ ਦੇ ਉੱਪਰ ਜਿੰਨੇ ਚਾਰਜ ਨੇ, ਠੀਕ ਹੈ, 100 ਚਾਰਜ ਨੇ ਮੰਨ ਲਓ, ਵੈਸੇ ਆਪਾਂ ਐਗਜ਼ਾਮਪਲ ਲੈ ਲਾਂਗੇ। ਤਾਂ ਜੇ ਆਪਾਂ ਇਹਨੂੰ ਤੋੜ ਦਈਏ, ਇਹਦੇ 2-3 ਟੁਕੜੇ ਹੋ ਜਾਣਗੇ, ਉਹਨਾਂ ਸਾਰਿਆਂ ਦੇ ਕਿਸੇ ਕੋਲ 10 ਚਲੇ ਗਏ, ਕਿਸੇ ਕੋਲ 20 ਚਲੇ ਗਏ, ਕਿਸੇ ਕੋਲ 40 ਚਲੇ ਗਏ, ਕਿਸੇ ਕੋਲ, ਤਾਂ ਕੁੱਲ ਮਿਲਾ ਕੇ ਜਿਹੜੇ ਇਹਦੇ ਤੇ ਚਾਰਜ ਜਿਹੜੇ ਹੈਗੇ ਨੇ ਉਹ 100 ਦੇ 100 ਹੀ ਰਹਿਣਗੇ। ਮਤਲਬ ਕਿ ਚਾਰਜ ਨੇ ਜਿਹੜੇ ਉਹ ਨਾ ਤਾਂ ਤੋੜੇ ਜਾ ਸਕਦੇ ਨੇ, ਚੀਜ਼ ਟੁੱਟੀ ਪਰ ਉਹਦੇ ਤੇ ਚਾਰਜ ਨਹੀਂ ਟੁੱਟਦੇ ਹੈਗੇ। ਠੀਕ ਹੈ, ਨਾ ਤਾਂ ਚਾਰਜ ਨੂੰ ਤੋੜਿਆ ਜਾ ਸਕਦਾ ਅੱਗੇ, ਨਾ ਉਹਨੂੰ ਨਵਾਂ ਬਣਾਇਆ ਜਾ ਸਕਦਾ, ਨਾ ਇਹਦੇ ਕੋਲੇ 100 ਤੋਂ 101 ਹੋ ਸਕਦੇ ਨੇ, ਨਾ ਕੀ ਹੈ ਇਹਦੇ ਕੋਲ 100 ਚੋਂ 90 ਰਹਿ ਸਕਦੇ ਨੇਗੇ ਆਪਦੇ ਆਪ। ਠੀਕ ਹੈ, ਜੇ ਆਪਾਂ ਇਹਨੂੰ ਅਲੱਗ ਰੱਖੀਏ। ਘੱਟ ਵੱਧ ਕਦੋਂ ਸਕਦੇ ਨੇ? ਟ੍ਰਾਂਸਫਰ ਹੋ ਸਕਦੇ ਨੇ। ਚਾਰਜ ਕੈਨ ਬੀ ਟ੍ਰਾਂਸਫਰਡ ਫਰਮ ਵਨ ਬੋਡੀ ਟੂ ਅਨਦਰ ਬੋਡੀ। ਜੇ ਮੈਂ ਇਹਨੂੰ ਦੂਜੀ ਚੀਜ਼ ਨਾਲ ਰਬਿੰਗ ਕਰਤੀ, ਰਬਿੰਗ ਕਰਨ ਵਾਲਾ ਇਹਨੂੰ ਪਤਾ ਇਹਦੇ ਇਲੈਕਟ੍ਰੋਨ ਇਹਦੇ 'ਚ ਚਲੇ ਜਾਣ ਜਾਂ ਇਹਦੇ 'ਚ ਜਾਣ, ਟ੍ਰਾਂਸਫਰ ਹੋ ਜਾਂਦਾ। ਉਹ ਡਿਪੈਂਡ ਕਰਦਾ ਕਿਸ ਤਰ੍ਹਾਂ ਦੀਆਂ ਬੋਡੀਜ਼ ਨੇ ਜਿਨ੍ਹਾਂ ਦੀ ਰਬਿੰਗ ਹੋ ਰਹੀ ਆ। ਹੋ ਸਕਦਾ ਇੱਕ ਤੋਂ ਦੂਜੀ 'ਚ ਚਲੇ ਜਾਣ। ਠੀਕ ਹੈ, ਉਹ ਡਿਪੈਂਡ। ਤਾਂ ਉਹ ਰਬਿੰਗ ਕਰਨ ਨਾਲ ਗਿਆ ਇਹਦੇ 'ਚ ਇਹਦੇ 'ਚ ਆ ਗਏ, ਬਟ ਐ ਨਹੀਂ ਹੈਗਾ ਕਿਸੇ ਹੋਰ ਪਾਸੇ ਚਲੇ ਗਏ ਜਾਂ ਖਤਮ ਹੀ ਹੋ ਗਏ, ਮਰ ਗਏ ਚਾਰਜ, ਜਾਂ ਨਵੇਂ ਪੈਦਾ ਹੋ ਗਏ, ਇਸ ਤਰ੍ਹਾਂ ਦੀ ਕੋਈ ਉਹ ਨਹੀਂ ਹੈਗੀ। ਤਾਂ ਕੰਜ਼ਰਵੇਸ਼ਨ ਆਫ ਇਲੈਕਟ੍ਰਿਕ ਚਾਰਜ ਦਾ ਮਤਲਬ ਕੀ ਹੈਗਾ?
ਟੋਟਲ ਚਾਰਜ ਇਨ ਐਨ ਆਈਸੋਲੇਟਡ ਸਿਸਟਮ। ਆਈਸੋਲੇਟਡ ਸਿਸਟਮ ਹੁੰਦਾਗਾ ਜਿਹੜਾ ਬਾਹਰ ਹੋਵੇ, ਮਤਲਬ ਜਿਹਦੇ ਤੇ ਕਿਸੇ ਚੀਜ਼ ਦਾ ਕੋਈ ਪ੍ਰਭਾਵ ਨਾ ਹੋਵੇ। ਤਾਂ ਜੇ ਆਈਸੋਲੇਟਡ ਸਿਸਟਮ ਦੇ ਵਿੱਚ ਕੋਈ ਬੋਡੀ ਆ ਜਾਂ ਟੋਟਲ ਚਾਰਜ ਨੇ ਕੋਈ, ਹੈ ਨਾ, ਕੋਈ ਵੀ ਚਾਰਜ ਨੇ, ਉਹ ਕਾਂਸਟੈਂਟ ਰਹਿੰਦੇ ਨੇ, ਚੇਂਜ ਨਹੀਂ ਹੁੰਦੇ, ਕੰਜ਼ਰਵ ਰਹਿੰਦੇ ਨੇ। ਇਹ ਆਪਣੇ ਕੋਲੇ ਕੰਜ਼ਰਵੇਸ਼ਨ ਲਾ ਆਫ ਇਲੈਕਟ੍ਰਿਕ ਚਾਰਜ ਹੈ। ਜਿੰਨਾ ਚਾਰਜ ਇਹਦੇ ਵਿੱਚ ਹੋਊਗਾ ਇਨੀਸ਼ੀਅਲੀ ਉਨਾ ਹੀ ਫਾਈਨਲ ਹੋਊਗਾ, ਨਾ ਉਹ ਖਤਮ ਹੋਣ ਨਾ ਉਹਦੇ ਚ ਨਵੇਂ ਪ੍ਰੋਡਿਊਸ ਹੋਣ। ਸੈਕੰਡ ਜਿਹੜਾ ਆਪਣੇ ਕੋਲੇ ਕੰਜ਼ਰਵੇਸ਼ਨ ਲਾਅ ਹੈਗਾ ਇਲੈਕਟ੍ਰਿਕ ਚਾਰਜ ਦਾ ਲਾਅ, ਜੇ ਸਮਝ ਲੱਗ ਗਿਆ ਤਾਂ ਅਗਲਾ ਆਪਣੇ ਕੋਲੇ ਹੈਗਾ ਕੰਜ਼ਰਵੇਸ਼ਨ ਆਫ એનર્ਜੀ। એનર્ਜੀ ਹੈ ਜਿਹੜੀ ਉਹ ਵੀ ਆਪਣੀ ਖਤਮ ਨਹੀਂ ਹੋ ਸਕਦੀ, ਨਾ ਨਵੀਂ ਬਣਾਈ ਜਾ ਸਕਦੀ। ਤਾਂ ਇਹਦੀ ਡੈਫੀਨੇਸ਼ਨ ਕਿਵੇਂ ਹੁੰਦੀ ਹੈ ਬੁੱਕਸ ਦੇ ਵਿੱਚ? એનર્ਜੀ ਕੈਨ ਨਾਈਦਰ ਬੀ ਕ੍ਰੀਏਟਡ ਨੋਰ ਬੀ ਡਿਸਟਰੋਇਡ ਬਟ ਇਟ ਕੈਨ ਬੀ ਟ੍ਰਾਂਸਫਰਡ ਫਰਮ ਵਨ ਟਾਈਪ ਟੂ ਅਨਦਰ ਟਾਈਪ। ਜਿਹੜੀ એનર્ਜੀ ਆ ਨਾ ਤਾਂ ਬਣਾਈ ਜਾ ਸਕਦੀ ਹੈ ਨਾ ਖਤਮ ਕੀਤੀ ਜਾ ਸਕਦੀ ਆ, ਇੱਕ ਟਾਈਪ ਤੋਂ ਦੂਜੀ ਟਾਈਪ ਦੇ ਵਿੱਚ ਕਨਵਰਟ ਹੋ ਸਕਦੀ ਹੈ। ਜਿਵੇਂ ਕਿ ਮੈਂ ਬੋਲ ਰਿਹਾ, ਮੈਂ ਖਾਣਾ ਖਾਧਾ, ਮੇਰੇ ਚ એનર્ਜੀ ਆ ਗਈ ਹੈ ਨਾ, ਫੂਡ ਨਾਲ એનર્ਜੀ ਆ ਗਈ, ਇਲੈਕਟ੍ਰੋਕੈਮੀਕਲ ਜੋ ਵੀ ਬਾਇਓਲੋਜੀਕਲ ਜੋ ਵੀ ਮਤਲਬ એનર્ਜੀ ਆ ਗਈ ਆਪਣੀ, ਠੀਕ। ਉਹ ਹੁਣ ਮੈਂ ਬੋਲ ਰਿਹਾ, ਉਹ એનર્ਜੀ ਆਪਣੀ ਮੈਂ ਵੇਸਟ ਕਰ ਰਿਹਾ ਬੋਲਣ ਦੇ ਵਿੱਚ। ਤਾਂ ਉਹ ਜਿਹੜੀ ਮੇਰੀ ਖਾਣੇ ਖਾਧੇ ਵਾਲੀ એનર્ਜੀ ਸੀਗੀ ਨਾ, ਪੋਟੈਂਸ਼ੀਅਲ એનર્ਜੀ ਕਹਿ ਲਓ ਮੇਰੀ, ਉਹ ਕਾਹ ਚ ਕਨਵਰਟ ਹੋ ਰਹੀ ਹੈ ਹੁਣ? ਸਾਊਂਡ એનર્ਜੀ ਚ ਕਨਵਰਟ ਹੋ ਰਹੀ ਹੈ, ਠੀਕ ਹੈ। ਤਾਂ એનર્ਜੀ ਕਨਵਰਟ ਹੋ ਜਾਂਦੀ ਹੈ ਇੱਕ ਟਾਈਪ ਤੋਂ ਦੂਜੀ ਟਾਈਪ ਦੇ ਵਿੱਚ, ਬਟ ਨਾ ਤਾਂ ਬਣਾਈ ਜਾ ਸਕਦੀ ਹੈ ਨਵੀਂ એનર્ਜੀ, ਨਾ ਆਪਾਂ ਖਤਮ ਕਰ ਸਕਦੇ। ਟੋਟਲ એનર્ਜੀ ਜਿਹੜੀ ਦੁਨੀਆ ਦੇ ਵਿੱਚ ਹੈਗੀ ਆ ਉਹ ਕੰਜ਼ਰਵ ਆ। ਤਾਂ ਇਹਦੇ 'ਚ ਵੀ ਆਪਾਂ ਕਹਿਣਾ ਕਿ ਆਈਸੋਲੇਟਡ ਸਿਸਟਮ ਦੇ ਵਿੱਚ ਜਿੰਨੀ એનર્ਜੀ ਹੁੰਦੀ ਹੈ ਟੋਟਲ એનર્ਜੀ ਉਹ ਕੰਜ਼ਰਵ ਰਹਿੰਦੀ ਹੈਗੀ। ਇਹਦੀ ਆਪਾਂ ਇੱਕ ਐਗਜ਼ਾਮਪਲ ਵੀ ਪੜ੍ਹਦੇ ਹਾਂ +1 ਦੇ ਵਿੱਚ, ਜਿਵੇਂ ਕਿ ਕੋਈ ਆ ਗਈ ਬੋਲ ਆ ਗਈ ਉੱਪਰ ਧਰਤੀ ਤੋਂ ਉੱਪਰ ਚੱਕੀ ਹੋਈ ਆ ਹਾਈਟ ਤੇ, h ਹਾਈਟ ਤੇ, ਤਾਂ ਇਹਦੇ ਕੋਲ ਹੁੰਦੀ ਆ ਪੋਟੈਂਸ਼ੀਅਲ એનર્ਜੀ। ਜਦੋਂ ਆਪਾਂ ਬਾਲ ਨੂੰ ਛੱਡ ਦਿੰਦੇ ਹੈਗੇ ਹਾਈਟ ਕਰਕੇ, ਇਹਦੇ ਕੋਲ ਪੋਟੈਂਸ਼ੀਅਲ એનર્ਜੀ, ਤਾਂ ਬਾਲ ਨੂੰ ਜਦੋਂ ਛੱਡ ਦਿੰਦੇ ਤਾਂ ਇਹ ਚੱਲਣ ਲੱਗ ਜਾਂਦੇ, ਮੋਸ਼ਨ ਚ ਆ ਜਾਂਦੇ, ਇਹਦੇ ਕੋਲ ਆ ਜਾਂਦੇ ਕਾਈਨੈਟਿਕ એનર્ਜੀ। ਬਟ ਜੇ ਆਪਾਂ ਗੱਲ ਕਰੀਏ ਜਿੰਨੀ ਟੋਟਲ ਪੋਟੈਂਸ਼ੀਅਲ એનર્ਜੀ ਸੀ ਪਹਿਲਾਂ, ਟੋਟਲ ਕਾਈਨੈਟਿਕ એનર્ਜੀ, ਉਹਨਾਂ ਦਾ ਜਿਹੜਾ ਸਮਾਂ ਉਹ ਆਲਵੇਜ਼ ਕਾਂਸਟੈਂਟ ਹੀ ਰਹਿੰਦਾ। ਤਾਂ ਟੋਟਲ એનર્ਜੀ ਜਿਹੜੀ ਸਿਸਟਮ ਦੀ ਆ ਉਹ ਕਾਂਸਟੈਂਟ ਹੀ ਰਹਿੰਦੀ ਹੈ, ਕੰਜ਼ਰਵ ਹੀ ਰਹਿੰਦੀ ਹੈ, ਹੈਗਾ ਕੰਜ਼ਰਵੇਸ਼ਨ ਆਫ એનર્ਜੀ। ਇਸੇ ਤਰ੍ਹਾਂ ਦਾ ਆਪਣੇ ਕੋਲ ਥਰਡ ਲਾ ਜੋ ਹੈ ਉਹ ਹੈ ਕੰਜ਼ਰਵੇਸ਼ਨ ਆਫ ਮਾਸ એનર્ਜੀ। ਮਾਸ એનર્ਜੀ ਦਾ ਜਿਹੜਾ ਕੰਜ਼ਰਵੇਸ਼ਨ ਲਾਅ ਸੀ ਉਹ ਆਇਨਸਟਾਈਨ ਨੇ ਦਿੱਤਾ ਸੀਗਾ, E = mc²। ਇਹ ਫਾਰਮੂਲਾ ਤੁਸੀਂ ਆਮ ਦੇਖਿਆ ਹੋਊਗਾ ਬੁੱਕਸ ਦੇ ਵਿੱਚ ਜਾਂ ਨੈਟ ਤੇ ਦੇਖਿਆ ਹੋਊਗਾ, E = mc। ਇਹ ਫਾਰਮੂਲਾ ਕੀ ਕਹਿੰਦਾਗਾ ਕਿ એનર્ਜੀ ਤੇ ਮਾਸ ਇਹ ਇੱਕ ਦੂਜੇ 'ਚ ਇੰਟਰ ਕਨਵਰਟੀਬਲ ਕਹਿ ਲਓ, ਠੀਕ ਆ, ਮਤਲਬ ਇੱਕ ਦੂਜੇ 'ਚ ਬਦਲੇ ਜਾ ਸਕਦੇ ਨੇ, ਕਿ ਇਹਨਾਂ ਦਾ ਕੰਜ਼ਰਵੇਸ਼ਨ ਰਹਿੰਦਾਗਾ। ਜੇ ਕਿਸੇ ਬੋਡੀ ਕੋਲ એનર્ਜੀ ਆ, ਹਨਾ, ਉਹਦੀ એનર્ਜੀ ਘਟ ਰਹੀ ਆ ਤਾਂ ਉਹਦਾ ਮਾਸ ਵੱਧ ਜਾਊਗਾ, ਜਦ ਕੋਲ ਮਾਸ ਵੱਧ ਗਿਆ ਤਾਂ એનર્ਜੀ ਇੱਕ ਤਰ੍ਹਾਂ ਦਾ ਕੀ ਹੈ ਕੰਜ਼ਰਵੇਸ਼ਨ ਆ, ਡਾਇਰੈਕਟਲੀ ਪ੍ਰੋਪੋਰਸ਼ਨਲ ਨੇ ਇੱਕ ਦੂਜੇ ਦੇ। ਕੀ ਨੇ? ਇੱਕ ਦੂਜੇ ਦੇ ਡਾਇਰੈਕਟਲੀ ਪ੍ਰੋਪੋਰਸ਼ਨਲ ਨੇ ਤੇ ਇੱਕ ਦੂਜੇ ਨਾਲ ਰਿਲੇਟਡ ਨੇ, ਇਹਨਾਂ ਕੰਜ਼ਰਵ ਰਹਿੰਦੇ ਨੇ। ਜਿਵੇਂ ਕਿ ਫੋਰ ਐਗਜ਼ਾਮਪਲ ਆਪਾਂ ਗੱਲ ਕਰੀਏ ਕੋਈ ਬੋਡੀ ਆ, ਉਹਦੇ ਕੋਲ ਇੰਨੀ ਜ਼ਿਆਦਾ એનર્ਜੀ ਆ ਗਈ ਕਿ ਉਹ ਸਪੀਡ ਆਫ ਲਾਈਟ ਨਾਲ ਚੱਲਣ ਲੱਗ ਗਈ ਚੀਜ਼। ਸਪੀਡ ਆਫ ਲਾਈਟ ਨਾਲ ਜਦੋਂ ਚੱਲੂਗੀ, ਇੰਨੀ ਜ਼ਿਆਦਾ એનર્ਜੀ ਆ ਉਹਦੇ ਕੋਲ, ਪਹਿਲੀ ਗੱਲ ਤਾਂ એનર્ਜੀ ਕਾਫੀ ਜ਼ਿਆਦਾ ਹੋਣੀ ਚਾਹੀਦੀ ਆ। ਇੰਨੀ ਜ਼ਿਆਦਾ એનર્ਜੀ ਹੋਣ ਨਾਲ ਉਹਦੇ ਕੋਲ ਮਾਸ ਵੀ ਕਾਫੀ ਜ਼ਿਆਦਾ ਵੱਧ ਜਾਊਗਾ, ਉਹਦੀ ਮਾਸ ਵੀ ਇਨਫਾਈਨਾਈਟ ਹੋ ਜਾਊਗਾ। ਤਾਂ ਇਹ ਹੈਗਾ ਮਾਸ એનર્ਜੀ ਕੰਜ਼ਰਵੇਸ਼ਨ। ਚੌਥੇ ਨੰਬਰ ਤੇ ਆਪਣੇ ਕੋਲ ਕੰਜ਼ਰਵੇਸ਼ਨ ਲਾਅ ਹੁੰਦਾ ਇੱਕ ਲੀਨੀਅਰ ਮੋਮੈਂਟਮ ਕੰਜ਼ਰਵੇਸ਼ਨ, ਕੰਜ਼ਰਵੇਸ਼ਨ ਆਫ ਲੀਨੀਅਰ ਮੋਮੈਂਟਮ। ਅੱਗੇ ਟਰਮ ਇਹਦੇ ਕੰਜ਼ਰਵੇਸ਼ਨ ਆਫ ਹੈਗੀ ਹੈਗਾ, ਠੀਕ ਆ। ਤਾਂ ਕੰਜ਼ਰਵੇਸ਼ਨ ਆਫ ਲੀਨੀਅਰ ਮੋਮੈਂਟਮ ਕੀ ਕਹਿੰਦਾ, ਉਹ ਵੀ ਇਹੀ ਡੈਫੀਨੇਸ਼ਨ ਉਹਦੀ ਕਿ the linear total linear momentum of an isolated system remains conserved ਜਾਂ constant। ਕੋਈ ਸਿਸਟਮ ਆ ਉਹਦੇ ਵਿੱਚ ਦੋ ਬੋਡੀਜ਼ ਨੇ ਗਿਆ, A ਬੋਡੀ ਆ B ਬੋਡੀ ਆ, ਇਹਨਾਂ ਦੋਨਾਂ ਦਾ ਪਹਿਲਾ ਮੋਮੈਂਟਮ P1 ਆ P2 ਆ, ਹਨਾ, ਬਾਅਦ ਦੇ ਵਿੱਚ ਇਹਨਾਂ ਦਾ ਮੋਮੈਂਟਮ ਮਤਲਬ ਟਕਰਾ ਗਈਆਂ ਆਪਸ ਚ, ਬੜਾ ਮੋਟਾ ਹੋ ਜਾਊਗਾ, ਬਟ ਜਿਹੜਾ ਟੋਟਲ ਮੋਮੈਂਟਮ ਆ P1 + P2 ਉਹ ਕਾਂਸਟੈਂਟ ਹੀ ਰਹੂਗਾ, ਉਹ ਨਹੀਂ ਚੇਂਜ ਹੋਊਗਾ। ਇਹ ਕਹਿੰਦਾ ਲੀਨੀਅਰ ਮੋਮੈਂਟਮ ਕੰਜ਼ਰਵ ਰਹਿੰਦਾ। ਇਸੇ ਤਰ੍ਹਾਂ ਪੰਜਵਾਂ ਆਪਣੇ ਕੋਲ ਹੈਗਾ ਐਂਗੂਲਰ ਮੋਮੈਂਟਮ ਦਾ। ਐਂਗੂਲਰ ਮੋਮੈਂਟਮ ਵੀ ਕਿਸੇ ਆਈਸੋਲੇਟਡ ਸਿਸਟਮ ਦਾ ਕੰਜ਼ਰਵ ਰਹਿੰਦਾ, L1 + L2। ਹੁਣ ਆਪਾਂ L ਦੀ ਟਰਮ ਦੇ ਵਿੱਚ ਲਿਖ ਦਾਂਗੇ, ਇਹ ਵੀ ਸਿਮਿਲਰ ਹੈ ਇਹਦੇ ਵਰਗਾ। ਤਾਂ ਇਹ ਆਪਣੇ ਕੋਲੇ 5 ਤਰ੍ਹਾਂ ਦੇ ਕੰਜ਼ਰਵੇਸ਼ਨ ਲਾਅਜ਼ ਨੇਗੇ, ਜਿਹੜੇ ਆਪਾਂ ਨੇ ਵੈਸੇ ਮਾਈਂਡ ਦੇ ਵਿੱਚ ਰੱਖਣੇ ਨੇਗੇ, ਹਨਾ। ਇਹਨਾਂ ਨੂੰ ਇੱਕ ਤਰ੍ਹਾਂ ਦਾ ਆਪਾਂ ਕਹਿ ਲਓ ਇਲੈਕਟ੍ਰਿਕ ਚਾਰਜ ਵਾਲਾ, એનર્ਜੀ ਵਾਲਾ, ਹਨਾ, ਲੀਨੀਅਰ ਮੋਮੈਂਟਮ ਵਾਲਾ, ਇਹ ਆਪਾਂ ਨੂੰ ਦਿਮਾਗ ਦੇ ਵਿੱਚ ਹੋਣੀ ਚਾਹੀਦੀ ਵੀ ਕੀ ਗੱਲ ਕਹਿਣਾ ਚਾਹੁੰਦਾ ਹੈ। ਇਹ ਸੀ ਆਪਣੇ ਕੋਲ ਕੰਜ਼ਰਵੇਸ਼ਨ ਲਾਅਜ਼। ਤਾਂ ਆਪਾਂ ਨੇ ਪਹਿਲੇ ਚੈਪਟਰ ਦੇ ਵਿੱਚ ਇੰਟਰੋਡਕਸ਼ਨ ਦੇ ਵਿੱਚ ਇਹੀ 2-4 ਚੀਜ਼ਾਂ ਪੜ੍ਹਨੀਆਂ ਨੇ। ਇੱਕ ਤਾਂ ਫੋਰਸਿਸ, ਆਪਣੇ ਕੋਲ ਕਿਹੜੀਆਂ ਤਰ੍ਹਾਂ ਦੀਆਂ ਫੋਰਸਿਸ ਹੁੰਦੀਆਂ ਨੇ, 4 ਤਰ੍ਹਾਂ ਦੀਆਂ ਫੋਰਸਿਸ ਹੁੰਦੀਆਂ ਨੇ, ਕਿ ਵੀਕ ਹੁੰਦੀਆਂ ਨੇ, ਠੀਕ ਆ, ਗ੍ਰੈਵਿਟੇਸ਼ਨਲ ਫੋਰਸ ਵੀਕ, ਨਿਊਕਲੀਅਰ ਫੋਰਸ
ਇਲੈਕਟ੍ਰੋਮੈਗਨੈਟਿਕ ਫੋਰਸ ਤੇ ਚੌਥੀ ਹੁੰਦੀ ਆਪਣੇ ਕੋਲ ਸਟਰੋਂਗ ਨਿਊਕਲੀਅਰ ਫੋਰਸ। ਉਹਨਾਂ ਚਾਰਾਂ ਦੀ ਆਪਾਂ ਨੇ ਕੰਪੈਰੀਜ਼ਨ ਯਾਦ ਰੱਖਣਾ ਵੀ ਗ੍ਰੈਵੀਟੇਸ਼ਨਲ ਫੋਰਸ ਸਭ ਤੋਂ ਵੀਕ ਆ ਗਈ, ਉਦੋਂ ਤਕੜੀ ਹੈਗੀ ਕਿ ਵੀਕ ਨਿਊਕਲੀਅਰ ਫੋਰਸ, ਫਿਰ ਇਲੈਕਟ੍ਰੋਮੈਗਨੈਟਿਕ ਫੋਰਸ, ਫਿਰ ਸਟਰੋਂਗ ਨਿਊਕਲੀਅਰ ਫੋਰਸ। ਉਹਨਾਂ ਦੀ ਆਪਾਂ ਰਿਲੇਟਿਵ ਸਟਰੈਂਥ ਵੀ ਯਾਦ ਕਰ ਲੈਣੀ ਵੀ ਕਿੰਨੇ ਗੁਣਾ ਤਕੜੀ ਆ। ਫਿਰ ਉਹਨਾਂ ਦੀ ਆਪਾਂ ਨੇ 4 5 ਪ੍ਰੋਪਰਟੀਜ਼ ਯਾਦ ਕਰਨੀ ਜਿਹੜੀਆਂ ਫੋਰਸਿਸ ਨੇ ਵੀ ਸ਼ਾਰਟ ਰੇਂਜ ਫੋਰਸ ਆ, ਲੌਂਗ ਰੇਂਜ ਆ, ਅਟਰੈਕਟਿਵ ਆ, ਰਿਪਲਸਿਵ ਆ, ਸੈਂਟਰਲ ਆ ਕਿ ਨਾਨ ਸੈਂਟਰਲ ਆ। ਇਹ 4 5 ਆਪਾਂ ਦੀ ਮੇਨ ਪ੍ਰੋਪਰਟੀਜ਼ ਵੀ ਇਨਵਰਸ ਸਕੁਅਰ ਲਾ ਨੂੰ ਫੋਲੋ ਕਰਦੀ ਹੈ ਕਿ ਨਹੀਂ ਕਰਦੀ। ਇਹ 4 5 ਪ੍ਰੋਪਰਟੀਜ਼ ਆਪਾਂ ਨੂੰ ਇਹਨਾਂ ਦੇ ਕਦੇ ਦੇ ਯਾਦ ਕਰ ਲੈਣੇ ਨੇ। ਤੇ ਕੰਜ਼ਰਵੇਸ਼ਨ ਲਾਜ਼ ਆਪਣੇ ਕੋਲ 5 ਤਰ੍ਹਾਂ ਦੇ ਹੁੰਦੇ ਨੇ, ਇਹ ਸਾਰਿਆਂ ਬਾਰੇ ਵੀ ਆਪਾਂ ਨੂੰ ਮਾੜੀ ਮੋਟੀ ਨੌਲੇਜ ਹੋਣੀ ਚਾਹੀਦੀ ਹੈ। ਫਸਟ ਚੈਪਟਰ ਦੇ ਵਿੱਚ ਬਸ ਇੰਨਾ ਕੀ ਹੈ ਜੇ ਬੇਸਿਕ ਜਿਹੀਆਂ ਗੱਲਾਂ ਨੇ ਵੀ ਆਪਾਂ ਕੀ ਪੜ੍ਹਨਾ ਨਾ। ਵੈਸੇ ਤਾਂ ਬਹੁਤ ਕਾਫੀ ਕੁਛ ਲਿਖਿਆ ਹੋਇਆ ਇਹਦੇ ਵਿੱਚ ਆਪਣੇ ਕੋਲੇ ਸਾਇੰਟਿਸਟਸ ਬਾਰੇ ਲਿਖਿਆ ਹੁੰਦਾਗਾ ਬੁੱਕਸ ਦੇ ਵਿੱਚ ਕਿ ਵੀ ਆਪਣੇ ਕੋਲ ਕਿਹੜੇ ਸਾਇੰਟਿਸਟ ਨੇ ਕਿਹੜੀ ਖੋਜ ਕੀਤੀ ਆ, ਕਿਹੜੀ ਹੈ ਨਾ ਉਹਨਾਂ ਨੇ ਰਿਸਰਚ ਕੀਤੀ ਹੋਈ ਆ, ਤੇ ਉਹਨਾਂ ਦੇ ਨਾਮ ਦੇ ਅੱਗੇ ਲਿਖਿਆ ਹੁੰਦਾ ਵੀ ਇਹਨੇ ਇਸ ਚੀਜ਼ ਦੀ ਖੋਜ ਕੀਤੀ ਆ ਹਨਾ। ਬੋਹਰ ਨੇ ਮਤਲਬ ਨਿਊਕਲੀਅਰ ਮਾਡਲ ਦਿੱਤਾ ਸੀਗਾ ਹਨਾ, ਆਇਨਸਟਾਈਨ ਨੇ ਆਪਣੇ ਕੋਲੇ ਫੋਟੋ ਇਲੈਕਟ੍ਰਿਕ ਇਫੈਕਟ ਦਿੱਤਾ ਸੀਗਾ ਤੇ ਕੁਆਂਟਮ ਥਿਊਰੀ ਦਿੱਤੀ ਸੀ, ਐਵੇਂ ਦਿੱਤਾ ਹੈ। ਉਹ ਵੀ ਤੁਸੀਂ ਵੱਧ ਤੋਂ ਵੱਧ ਸਾਇੰਟਿਸਟਾਂ ਦੇ ਯਾਦ ਕਰ ਲੈਣੇ ਨੇ ਕਿ ਕਿਹੜੇ ਸਾਇੰਟਿਸਟ ਨੇ ਕੀ ਕੀਤਾ ਹੋਇਆ, ਕਿਹੜੇ ਸਾਇੰਟਿਸਟ ਨੇ ਕਿਹੜੀ ਖੋਜ ਕੀਤੀ ਹੈ। ਠੀਕ ਹੈ, ਇਹ ਆਪਾਂ ਯਾਦ ਕਰ ਲੈਣੇ। 1 ਨੰਬਰ ਦੇ ਕੁਐਸਚਨ ਦੇ ਵਿੱਚ ਆ ਸਕਦੇ ਨੇ। ਤੇ ਆ ਵੀ ਆਪਣੇ ਕੁਐਸਚਨ ਜਿਹੜੇ ਕੰਜ਼ਰਵੇਸ਼ਨ ਲਾਜ਼ ਦੇ ਵਿੱਚੋਂ ਤਾਂ ਬਹੁਤ ਘੱਟ ਚਾਂਸ ਨੇ, ਵੈਸੇ ਜਿਹੜੀਆਂ ਆਪਣੇ ਕੋਲ ਫੰਡਾਮੈਂਟਲ ਫੋਰਸਿਸ ਨੇ ਉਹਨਾਂ ਤੇ ਕੁਐਸਚਨ ਬਣ ਸਕਦਾ +1 ਦੇ ਵਿੱਚ। ਤਾਂ ਮੈਨੂੰ ਉਮੀਦ ਹੈ ਕਿ ਤੁਹਾਨੂੰ ਜਿਹੜੇ ਅੱਜ ਦੇ ਟੌਪਿਕ ਨੇ ਇਹ ਚੰਗੀ ਤਰ੍ਹਾਂ ਸਮਝ ਲੱਗ ਗਏ ਹੋਣਗੇ। ਮਿਲਦੇ ਹਾਂ ਅਗਲੇ ਟੌਪਿਕਸ ਦੇ ਨਾਲ ਅਗਲੀ ਵੀਡੀਓਜ਼ ਦੇ ਵਿੱਚ। ਬਾਏ ਬਾਏ।